Our next topic is about heat pump. Heat pump की है? It is used to utilize heat delivered at higher temperature for heating purpose, and it also pumps the heat from the surrounding into the system. ਜਿਵੇਂ ਕਿ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਜੋ ਰੈਫਰੀਜਰੇਟਰ ਹੈ ਉਹ ਕੀ ਕੰਮ ਕਰਦਾ ਹੈ ਜੀ? ਕੂਲਿੰਗ ਪਰਪਸ ਵਾਸਤੇ ਯੂਜ਼ ਹੁੰਦਾ ਹੈ। ਕੀ ਹੈ ਕਿ ਉਸ ਨੇ ਜਿਵੇਂ ਇੱਥੇ ਅਸੀਂ ਡਾਇਗਰਾਮ ਦੇਖ ਰਹੇ ਹਾਂ, ਸਾਡੇ ਕੋਲ ਕੁਝ ਦਿਖਾਇਆ ਹੋਇਆ ਹੈ, ਕੁਝ ਸਰਾਊਂਡਿੰਗ ਹੈ ਜਾਂ ਜਿਸ ਨੂੰ ਅਸੀਂ ਸੋਰਸ ਕਹਿ ਦਿੰਦੇ ਹਾਂ। ਦੂਸਰਾ ਸਾਡਾ ਸਿਸਟਮ ਹੈ ਜਿਸ ਨੂੰ ਅਸੀਂ ਸਿੰਕ ਕਹਿ ਦਿੰਦੇ ਹਾਂ। ਤਾਂ ਇਸ ਕੇਸ ਦੇ ਵਿੱਚ ਜੇ ਗੱਲ ਕੀਤੀ ਜਾਵੇ ਰੈਫਰੀਜਰੇਟਰ ਦੇ ਕੇਸ ਦੇ ਵਿੱਚ, ਤਾਂ ਉਦੋਂ ਅਸੀਂ ਪੜ੍ਹਿਆ ਸੀ ਕਿ ਸਾਡੇ ਕੋਲ ਸਿਸਟਮ ਦੇ ਵਿੱਚੋਂ ਹੀਟ ਅਬਜ਼ੌਰਬ ਕਰਕੇ ਅਸੀਂ ਕੰਡੈਂਸਰ ਦੇ ਥਰੂ ਸਰਾਊਂਡਿੰਗ ਦੇ ਵਿੱਚ ਸੁੱਟ ਦਿੰਦੇ ਹਾਂ, ਜੋ ਕਿ ਸਾਡੀ ਰਿਕੁਆਇਰਮੈਂਟ ਨਹੀਂ ਹੁੰਦੀ। ਬਟ ਹੀਟ ਪੰਪ ਦੇ ਵਿੱਚ ਸਾਡਾ ਕੇਸ ਜੋ ਹੈ ਉਹ ਉਲਟਾ ਹੋ ਜਾਂਦਾ। ਤਾਂ ਇੱਥੇ ਅਸੀਂ ਪੜ੍ਹਿਆ ਹੈ ਕਿ ਹਾਈ ਟੈਂਪਰੇਚਰ ਪਰਪਸਿਸ ਵਾਸਤੇ, ਹੀਟਿੰਗ ਪਰਪਸਿਸ ਵਾਸਤੇ ਇਸ ਨੂੰ ਅਸੀਂ ਯੂਜ਼ ਕਰਦੇ ਹਾਂ। ਤਾਂ ਇਹਦੇ ਵਿੱਚ ਅਸੀਂ ਕੀ ਕੀਤਾ ਹੈ, ਇੱਕ ਸਿਸਟਮ ਲੈ ਲਿਆ, ਉਸ ਨੂੰ ਅਸੀਂ ਸਰਾਊਂਡਿੰਗ ਕਹਿ ਦਿੱਤਾ, ਜਾਂ ਅਸੀਂ ਜਿਵੇਂ ਪਹਿਲਾਂ ਸਿਸਟਮ ਸਟੱਡੀ ਕੀਤਾ ਸੀ ਤਾਂ ਉਹਦੇ ਵਿੱਚ ਜੋ ਅਸੀਂ ਕੰਡੈਂਸਰ ਸਟੱਡੀ ਕੀਤਾ ਸੀ, ਤਾਂ ਉਸ ਜਗ੍ਹਾ ਤੇ ਅਸੀਂ ਹੀਟ ਨੂੰ ਰਿਲੀਜ਼ ਕਰਦੇ ਸੀ। ਬਟ ਇੱਥੇ ਅਸੀਂ ਕੀ ਕਰਦੇ ਹਾਂ, ਸਰਾਊਂਡਿੰਗ ਦੇ ਵਿੱਚੋਂ ਹੀਟ ਲੈ ਕੇ ਉਹਦੇ ਤੇ ਕੁਝ ਵਰਕਆਊਟ ਕਰਵਾਇਆ। ਵਰਕਆਊਟ ਕਰਵਾਉਣ ਤੋਂ ਬਾਅਦ ਉਹ ਅਸੀਂ ਹੀਟ ਸਿੱਧੀ ਸਿਸਟਮ ਨੂੰ ਸਪਲਾਈ ਕਰ ਦਿੱਤੀ। ਤਾਂ ਇਸੇ ਤਰ੍ਹਾਂ ਹੀ ਇਹਦੀ ਵਰਕਿੰਗ ਚੱਲਦੀ ਹੈ। ਹੁਣ ਇਸ ਨੂੰ ਨਾਲ ਹੀ ਅਸੀਂ ਕੰਪੇਅਰ ਕਰਾਂਗੇ ਰਿਵਰਸ ਕਾਰਨੋਟ ਸਾਈਕਲ ਦੇ ਨਾਲ। ਤਾਂ ਰਿਵਰਸ ਕਾਰਨੋਟ ਦੇ ਬਿਹਾਫ ਦੇ ਉੱਤੇ ਜੋ ਸਾਡੇ ਕੋਲ ਦੋ ਚਾਰਟ ਬਣੇ ਨੇ, ਦੈਟ ਇਜ਼ ਫਸਟ ਵਨ ਇਜ਼ ਪ੍ਰੈਸ਼ਰ ਵੋਲਿਊਮ ਚਾਰਟ। ਪ੍ਰੈਸ਼ਰ ਤੇ ਵੋਲਿਊਮ ਨੂੰ ਅਸੀਂ ਕੰਪੇਅਰ ਕਰਕੇ ਦੇਖਿਆ ਹੈ ਕਿ ਸਾਡੇ ਕੋਲ ਰਿਵਰਸ ਕਾਰਨੋਟ ਸਾਈਕਲ ਦੇ ਵਿੱਚ ਵਰਕਿੰਗ ਕਿਵੇਂ ਹੁੰਦੀ ਹੈ। ਦੂਸਰੀ ਦੇ ਵਿੱਚ ਅਸੀਂ ਟੈਂਪਰੇਚਰ ਤੇ ਐਂਟਰੋਪੀ ਦੇ ਉੱਤੇ ਚਾਰਟ ਬਣਾਇਆ ਹੈ, ਟੈਂਪਰੇਚਰ ਐਂਟਰੋਪੀ ਚਾਰਟ। ਤਾਂ ਦੋਨਾਂ ਨੂੰ ਹੀ ਵਾਰੀ-ਵਾਰੀ ਸਮਝਦੇ ਹਾਂ। ਤਾਂ ਪਹਿਲੇ ਦੇ ਵਿੱਚ ਅਸੀਂ ਦੇਖਾਂਗੇ ਕਿ ਸਾਡੇ ਕੋਲ ਇਸ ਜਗ੍ਹਾ ਦੇ ਉੱਤੇ ਚਾਰ ਤਰ੍ਹਾਂ ਦੀਆਂ ਪ੍ਰੋਸੈਸਿਸ ਹੋ ਰਹੀਆਂ ਨੇ। ਆਈਸੋਥਰਮਲ ਕੰਪਰੈਸ਼ਨ, ਐਡਿਆਬੈਟਿਕ ਕੰਪਰੈਸ਼ਨ, ਦੈਨ ਐਡਿਆਬੈਟਿਕ ਐਕਸਪੈਂਸ਼ਨ, ਆਈਸੋਥਰਮਲ ਐਕਸਪੈਂਸ਼ਨ। ਇਸ ਦੀ ਵਰਕਿੰਗ ਦੇ ਲਈ ਹੁਣ ਜੇ ਆਪਾਂ ਸਿੰਪਲੀ ਸਮਝ ਲਈਏ ਕਿ ਸਾਡੇ ਕੋਲ ਕੋਈ ਪਿਸਟਨ ਸਿਲੰਡਰ ਅਰੇਂਜਮੈਂਟ ਹੈ, ਜਸਟ ਉਹ ਅਪ ਡਾਊਨ ਮੂਵ ਕਰ ਰਹੀ ਆ ਫਰੋਮ BDC ਤੋਂ TDC, TDC ਤੋਂ BDC। ਤਾਂ ਹੁਣ ਕੰਪਰੈਸ਼ਨ ਤੇ ਐਕਸਪੈਂਸ਼ਨ ਦੋ ਤਰ੍ਹਾਂ ਦਾ ਹੀ ਕੰਮ ਹੋ ਰਿਹਾ ਹੈ। ਸਿੰਪਲ ਭਾਸ਼ਾ ਦੇ ਵਿੱਚ ਸਮਝਣ ਦੇ ਲਈ ਤਾਂ ਉਸ ਨੂੰ ਹੀ ਦੋ ਹਿੱਸਿਆਂ ਦੇ ਵਿੱਚ ਤੋੜਤਾ, ਕੰਪਰੈਸ਼ਰ ਨੂੰ ਦੋ ਹਿੱਸਿਆਂ ਵਿੱਚ ਤੋੜਤਾ, ਐਡਿਆਬੈਟਿਕ ਕੰਪਰੈਸ਼ਨ ਐਂਡ ਆਈਸੋਥਰਮਲ ਕੰਪਰੈਸ਼ਨ। ਇਹਨਾਂ ਬਾਰੇ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਪਿਛਲੀ ਕਲਾਸ ਦੇ ਵਿੱਚ ਕਿ ਐਡਿਆਬੈਟਿਕ ਦਾ ਮਤਲਬ ਹੈ ਕਿ ਕਿਸੇ ਵੀ ਸਿਸਟਮ ਦੇ ਵਿੱਚੋਂ ਨਾ ਤਾਂ એનર્ਜੀ ਮਾਸ ਬਾਹਰ ਸਰਾਊਂਡਿੰਗ ਦੇ ਵਿੱਚ ਜਾਵੇ, ਨਾ ਸਰਾਊਂਡਿੰਗ ਤੋਂ ਅੰਦਰ ਆਵੇ। ਤਾਂ ਇਸੇ ਤਰ੍ਹਾਂ ਹੀ ਆਈਸੋਥਰਮਲ ਪ੍ਰੋਸੈਸ। ਆਈਸੋਥਰਮਲ ਪ੍ਰੋਸੈਸ ਦੇ ਵਿੱਚ ਅਸੀਂ ਪੜ੍ਹਿਆ ਹੈ ਕਿ ਜਦੋਂ ਕਿਸੇ ਵੀ ਪ੍ਰੋਸੈਸ ਦੇ ਵਿੱਚ ਟੈਂਪਰੇਚਰ ਨੂੰ ਅਸੀਂ ਕੌਨਸਟੈਂਟ ਰੱਖਿਆ ਹੋਵੇ। ਤਾਂ ਇਸੇ ਤਰ੍ਹਾਂ ਹੀ ਸਾਡੇ ਕੋਲ ਐਡਿਆਬੈਟਿਕ ਐਕਸਪੈਂਸ਼ਨ, ਐਡਿਆਬੈਟਿਕਲੀ ਜਦੋਂ ਕੋਈ ਚੀਜ਼ ਐਕਸਪੈਂਡ ਕਰਦੀ ਹੈ। ਨੈਕਸਟ ਆ ਜਾਂਦੀ ਹੈ ਸਾਡੇ ਕੋਲ ਆਈਸੋਥਰਮਲ ਐਕਸਪੈਂਸ਼ਨ, ਉਹੀ ਐਕਸਪੈਂਸ਼ਨ ਫਰਦਰ ਅੱਗੇ ਆਈਸੋਥਰਮਲੀ ਕਰਦੀ ਹੈ। ਇਸੇ ਚੀਜ਼ ਨੂੰ ਹੀ ਅਸੀਂ ਅੱਗੇ ਡਾਇਗਰਾਮ ਦੀ ਮਦਦ ਦੇ ਨਾਲ ਸਮਝਾਂਗੇ, ਜੋ ਕਿ ਬਣਾਇਆ ਗਿਆ ਹੈ ਟੈਂਪਰੇਚਰ ਤੇ ਐਂਟਰੋਪੀ ਦੇ ਨਾਲ। ਤਾਂ ਜਿਵੇਂ ਹੀ ਅਸੀਂ ਇਸ ਉੱਤੇ ਵਾਲੇ ਡਾਇਗਰਾਮ ਦੇ ਵਿੱਚ ਦੇਖਿਆ ਸੀ ਕਿ ਉਸ ਜਗ੍ਹਾ ਤੇ ਸਾਨੂੰ ਜੋ ਪਹਿਲਾ ਪ੍ਰੋਸੈਸ ਸੀ, ਜੇ ਮੈਂ ਸਟਾਰਟਿੰਗ ਕਰਾਂ ਇੱਥੋਂ C ਤੋਂ B, ਇਹ ਐਡਿਆਬੈਟਿਕ ਕੰਪਰੈਸ਼ਨ ਸੀ ਉੱਪਰ ਵਾਲੇ ਦੇ ਵਿੱਚ। ਨੀਚੇ ਵਾਲੇ ਦੇ ਵਿੱਚ ਐਜ਼ ਇਟ ਇਜ਼ ਜਿਵੇਂ ਅਸੀਂ C ਤੋਂ B ਜਾ ਰਹੇ ਹਾਂ, ਤਾਂ ਇਸ ਜਗ੍ਹਾ ਦੇ ਉੱਤੇ ਸਾਡੀ ਜੋ ਐਂਟਰੋਪੀ ਹੈ ਉਹ ਕੌਨਸਟੈਂਟ ਆ ਜਾਂਦੀ ਹੈ। ਜਿਵੇਂ ਹੀ ਅਸੀਂ B ਤੋਂ A ਜਾਂਦੇ ਹਾਂ ਉੱਪਰ ਵਾਲੇ ਡਾਇਗਰਾਮ ਦੇ ਵਿੱਚ, ਤਾਂ ਇਹਨੂੰ ਆਈਸੋਥਰਮਲ ਕੰਪਰੈਸ਼ਨ ਕਿਹਾ ਗਿਆ ਹੈ। ਇਸ ਜਗ੍ਹਾ ਤੇ B to A ਅਸੀਂ ਟੈਂਪਰੇਚਰ ਨੂੰ ਕੌਨਸਟੈਂਟ ਰੱਖਿਆ ਹੈ। ਅਗਲੇ ਪ੍ਰੋਸੈਸ ਦੇ ਵਿੱਚ ਫਰਦਰ ਫਿਰ ਐਂਟਰੋਪੀ ਕੌਨਸਟੈਂਟ ਆ ਗਈ। ਅਗਲੇ ਪ੍ਰੋਸੈਸ ਦੇ ਵਿੱਚ ਫਿਰ ਸਾਡੇ ਕੋਲ ਟੈਂਪਰੇਚਰ ਕੌਨਸਟੈਂਟ ਆ ਗਿਆ। ਤਾਂ ਇਸੇ ਤਰ੍ਹਾਂ ਹੀ ਸਾਡੇ ਕੋਲ ਚਾਰ ਪ੍ਰੋਸੈਸਿਸ ਜੋ ਬਣਦੀਆਂ ਨੇ, ਦੈਟ ਇਜ਼ ਐਡਿਆਬੈਟਿਕ ਕੰਪਰੈਸ਼ਨ, ਆਈਸੋਥਰਮਲ ਕੰਪਰੈਸ਼ਨ, ਐਡਿਆਬੈਟਿਕ ਐਕਸਪੈਂਸ਼ਨ, ਆਈਸੋਥਰਮਲ ਐਕਸਪੈਂਸ਼ਨ। ਸੋ ਇਹਦੇ ਕੁਝ ਪੁਆਇੰਟਸ ਅੱਗੇ ਲਏ ਨੇ ਕਿ ਜਦੋਂ ਅਸੀਂ COP ਕੈਲਕੂਲੇਟ ਕਰਨੀ ਹੋਵੇ ਕਿਸੇ ਵੀ ਹੀਟ ਪੰਪ ਦੀ ਬੇਸਡ ਔਨ ਰਿਵਰਸ ਕਾਰਨੋਟ ਸਾਈਕਲ, ਤਾਂ ਅਸੀਂ ਕਿਵੇਂ ਕਰਨੀ ਹੈ। ਤਾਂ ਉਹਦੇ ਕੁਝ ਹਾਈਲਾਈਟਸ ਨੇ। ਕਹਿੰਦਾ ਹੀਟ ਪੰਪ ਵਰਕਸ ਔਨ ਦਾ ਰਿਵਰਸ ਕਾਰਨੋਟ ਸਾਈਕਲ, ਕਿ ਜੋ ਅਸੀਂ ਇਸ ਦੀ COP ਕੈਲਕੂਲੇਟ ਕਰਨੀ ਹੈ ਉਹਦੇ ਵਾਸਤੇ ਸਾਡਾ ਜੋ ਸਾਈਕਲ ਹੈ ਉਹ ਰਿਵਰਸ ਕਾਰਨੋਟ ਸਾਈਕਲ ਦੇ ਉੱਤੇ ਵਰਕ ਕਰਨਾ ਚਾਹੀਦਾ ਹੈ। The direction of the cycle will be, ਜੋ direction of cycle ਹੋਊਗੀ ਉਹ ਜਿਵੇਂ ਅਸੀਂ ਉੱਪਰ ਦੇਖਿਆ ਸੀ, that is A to D, D to C, C to B, B to A। ਤਾਂ ਇਸੇ ਤਰ੍ਹਾਂ ਹੀ ਸਾਡੀ ਵਰਕਿੰਗ ਰਹੇਗੀ।
नैक्सट हीट विल बी रिजैक्टेड एट हाई टैंपरेचर T1। जो हीट साडी रिजैक्ट होएगी वो साडे कोल कंडेंसर ते होएगी एट टैंपरेचर T1। और नैक्सट आ जाता साडे कोल द नैट इफेक्ट विल बी हीटिंग अनलाइक कूलिंग इन रैफ्रिजरेटर। कि जो नैट इफेक्ट होएगा जो इत्थे असी T2 टैंपरेचर ना मैंशन किया है कि लो टैंपरेचर होएगा वो अनलाइक होएगा। कहने का मतलब कि जो साडा आउटपुट है वो सानू T1 टैंपरेचर ते मिलना है और जो साडी इनपुट है वो साडी T2 टैंपरेचर ते होएगी। इसी तरह ही इहदे विच समझाया गया है। नैक्सट असी देखांगे जी जे असी COP कैलकुलेट करनी होवे हीट पंप की तो किस तरह करांगे। असी पहला फॉर्मूला पढ़ चुके हैं COP का, दैट इज की हुंदा है आउटपुट बाय इनपुट। इहदे विच असी हुणी देख के हटे हाँ कि जो साडा आउटपुट है वो सानू कित्थे मिलना है, कंडेंसर दे उत्ते कितनी हीट असी रिजैक्ट कीती है हॉट बॉडी नू, और डिवाइडेड बाय वर्क डन। वर्क डन किहदे द्वारा किया जाएगा, दैट इज बाय कंप्रैसर। तो इसी तरह ही असी इन्हां दे नाल वर्कआउट किया कि हीट रिजैक्टेड टू द हॉट बॉडी इज इक्वल्स टू एरिया ऑफ EFBA। तो हुण पिछे डायग्राम दे विच समझांगे असी कि EFBA जो एरिया सी साडे कोल वो किहड़ा सी, EFBA। ਇਹਦੇ ਵਿੱਚ ਅਸੀਂ ਦੇਖਣਾ ਹੈ ਕਿ ਟੈਂਪਰੇਚਰ T1 ਦੇ ਉੱਤੇ ਇੱਥੇ ਸਾਡੇ ਕੋਲ ਕੰਡੈਂਸਰ ਸੀ ਔਰ ਇੱਥੇ ਹੀ ਅਸੀਂ ਹੀਟ ਨੂੰ ਐਡ ਆਨ ਕੀਤਾ, ਔਰ ਇੱਥੇ ਹੀ ਜਦੋਂ ਇਹਦਾ ਅਸੀਂ ਇਸ ਲਾਈਨ ਦਾ ਏਰੀਆ ਕੈਲਕੂਲੇਟ ਕਰਾਂਗੇ, ਦਾ ਏਰੀਆ ਆਫ ਲਾਈਨ ਇਜ਼ ਅੰਡਰ ਦਾ ਕਰਵ, ਤਾਂ ਇਸੇ ਕਰਕੇ ਹੀ ਅਸੀਂ EFBA ਲੈ ਕੇ ਚੱਲੇ ਹਾਂ। ਨੈਕਸਟ ਸਾਡੇ ਕੋਲ ਸੀ ਡਿਵਾਈਡਡ ਬਾय ਏਰੀਆ ਆਫ EFBA ਮਾਈਨਸ ਏਰੀਆ ਆਫ EFCD। ਤਾਂ ਇੱਥੇ ਸਾਨੂੰ कंप्रैसर का एरिया चाहिए है कि कंप्रैसर ने कितना वर्क किया। तो उत्थे असी देखिया सीगा कि EFBA दे विचों अगर असी EFCD नू माइनस कर दिता जाए तो जो साडे कोल बचेगा दैट इज DCBA। ये साडा सारे कोल जो एरिया बनिया ये साडा कहलाएगा दैट इज वर्क डन बाय द कंप्रैसर। तो जो फरदर यदि कुछ कैलकुलेशन करांगे तो कैलकुलेशन के दौरान साडे कोल आ गया इत्थे असी EF कॉमन रख लिया, T1 टैंपरेचर जो हायर रेंज सीगी T1 इंटू EF डिवाइडेड बाय T1 इंटू EF माइनस T2 इंटू EF। तो इतों असी EF कॉमन कट लिया, इत्थे असी फरदर अगे प्रोसैस ते गए। तो अगले स्टैप दे विच EF कैंसल आउट हो गया, जो फाइनल साडे कोल बचिया दैट इज T1 बाय T1 माइनस T2। असी इसनों कुछ इस तरह कह सकते हैं कि साडे कोल हायर टैंपरेचर माइनस डिवाइडेड बाय टैंपरेचर डिफरेंस, जो टैंपरेचर साडे कोल डिफरेंस आएगा वो साडे को कहलाएगा दैट इज COP ऑफ द हीट पंप। सो इत्थे नेक्स्ट एक दिता होया है हाईलाइट कि COP ऑफ द हीट पंप इज ग्रेटर दैन द रेफ्रिजरेटर वर्किंग ऑन अ रिवर्स कार्नोट साइकिल बिटवीन द सेम टेंपरेचर्स। कि जो साडे कोल COP होएगी हीट पंप दी वो ग्रेटर होएगी किहदे नालों, रैफ्रिजरेटर दे नालों वर्किंग ऑन द रिवर्स कार्नोट साइकिल। कंडीशन की है कि दोनों दे दोनों ही रिवर्स कार्नोट साइकिल दे उत्ते काम करते होण ते उन्हां दी टैंपरेचर रेंजेस भी सेम होण।